ਵਾਹਿਗੁਰੂ ਸਾਹਿਬ ਜੀਓ। ਤੇਰੇ ਕਵਨ ਕਵਨ ਗੁਣ ਕਹਿ ਕਹੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੂ, ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਵਰਨ ਨਾ ਸਾਕੂ, ਤੂੰ ਠਾਕੁਰ ਊਚ ਭਗਵਾਨਾ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਪੰਜਵਾ। ਕਿਆ ਗੁਣ ਤੇਰੇ ਸਾਰ ਸੰਭਾਲੀ, ਮੋਹ ਨਿਰਗੁਣ ਕੇ ਦਾਤਾਰੇ। ਬੈ ਖਰੀਦ ਕਿਆ ਕਰੇ ਚਤੁਰਾਈ, ਇਹ ਜੀਓ ਪਿੰਡ ਸਭ ਥਾਰੇ। ਕਿਆ ਗੁਣ ਤੇਰੇ ਸਾਰ ਸੰਭਾਲੀ, ਮੋਹ ਨਿਰਗੁਣ ਕੇ ਦਾਤਾਰੇ। ਬੈ ਖਰੀਦ ਕਿਆ ਕਰੇ ਚਤੁਰਾਈ, ਇਹ ਜੀਓ ਪਿੰਡ ਸਭ ਥਾਰੇ। ਲਾਲ ਰੰਗੀਲੇ ਪ੍ਰੀਤਮ ਮਨ ਮੋਹਨ, ਤੇਰੇ ਦਰਸ਼ਨ ਕਉ ਹਮ ਬਾਰੇ। ਰਹਾ ਪ੍ਰਭ ਦਾਤਾ ਮੁਹਿ ਦੀਨ ਬੇਖਾਰੀ, ਤੁਮ ਸਦਾ ਸਦਾ ਉਪਕਾਰੇ। ਸੋ ਕਿਛ ਨਾਹੀ ਜੇ ਮੈਂ ਤੇ ਹੋਵੈ, ਮੇਰੇ ਠਾਕੁਰ ਅਗੰਮ ਅਪਾਰੇ। ਕਿਆ ਸੇਵ ਕਮਾਵੂੰ ਕਿਆ ਕਹਿ ਰਿਝਾਵੂੰ, ਬਿਦ ਕਿਤ ਪਾਵੂੰ ਦਰ ਸਾਰੇ। ਮਿਤ ਨਹੀਂ ਪਾਈਐ ਅੰਤ ਨਾ ਲਹੀਐ, ਮਨ ਤਰਸੈ ਚਰਨਾਰੇ। ਪਾਵੋਂ ਦਾਨ ਢੀਠ ਹੋਏ ਮੰਗੋ, ਮੁਖ ਲਾਗੈ ਸੰਤਰੇ ਨਾਰੇ। ਜਨ ਨਾਨਕ ਕੋ ਗੁਰ ਕਿਰਪਾ ਧਾਰੀ, ਪ੍ਰਭ ਹਾਥ ਦੇ ਨਿਸਤਾਰੇ। ਪਾਵੋਂ ਦਾਨ ਢੀਠ ਹੋਏ ਮੰਗੋ, ਮੁਖ ਲਾਗੈ ਸੰਤਰੇ ਨਾਰੇ। ਜਨ ਨਾਨਕ ਕੋ ਗੁਰ ਕਿਰਪਾ ਧਾਰੀ, ਪ੍ਰਭ ਹਾਥ ਦੇ ਨਿਸਤਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਪਰਿਪੂਰਨ ਅਕਾਲ ਪੁਰਖ ਵਾਹਿਗੁਰੂ ਜੀ, ਦਾਤਾਰ ਜੀ ਦੀ ਅਪਰ ਅਪਾਰ ਮਿਹਰਾਮਤ। ਮਨੁੱਖੀ ਜੀਵਨ ਦੇ ਸਫ਼ਰ ਨੂੰ ਅਸੀਂ ਸਾਰੇ ਮਾਣ ਰਹੇ ਹਾਂ। ਅੱਜ ਇੱਕ ਹੋਰ ਸਮੁੱਚਾ ਦਿਨ ਅਸੀਂ ਮਾਣ ਕੇ ਸੰਧਿਆ ਖਾਸ ਕਰਕੇ ਜੋ ਨਾਰਥ ਅਮਰੀਕਨ ਈਸਟਰਨ ਸਾਈਡ ਦਾ ਟਾਈਮ ਜ਼ੋਨ ਆ, ਇਹਦੇ 'ਚ ਅਸੀਂ ਮਾਣ ਰਹੇ ਹਾਂ। ਕੋਵਿਡ-19 ਦੀ ਸਿਚੁਏਸ਼ਨ ਵਿੱਚ ਸਾਡਾ ਜਿਹੜਾ ਵੱਡਾ ਸੰਗਤ ਦਾ ਹਿੱਸਾ ਆ, ਉਹ ਗਲੋਬਲ ਵੀ ਹੈ ਅਤੇ ਗਲੋਬਲ
with the help of social media ਤੇ ਮੇਨ ਜਿਹੜਾ ਮੀਡੀਆ TV ਮੀਡੀਆ ਆ ਇਹਦੇ ਜ਼ਰੀਏ। ਸੋ ਆਪ ਸੰਗਤਾਂ ਸ਼ਾਮ ਦੇ ਦੀਵਾਨ ਵਿੱਚ ਰਹਿਰਾਸ ਸਾਹਿਬ ਦਾ ਜਾਪ ਉਪਰੰਤ ਗੁਰਬਾਣੀ ਕੀਰਤਨ ਤੇ ਹੁਣ ਗੁਰੂ ਸ਼ਬਦ ਵਿਆਖਿਆ ਨਾਲ ਜੁੜ ਰਹੇ ਹੋ। ਬਚਨ ਆਪ ਨੇ ਜੋ ਸਰਵਨ ਕੀਤਾ ਹੈ ਸੂਹੀ ਰਾਗ ਦੀ ਰਚਨਾ ਹੈ। ਮਹਲਾ ਪੰਜਵਾਂ ਗੁਰੂ ਅਰਜਨ ਪਾਤਸ਼ਾਹ ਪੰਚਮ ਨਾਨਕ ਇਸ ਬਚਨ ਨੂੰ ਉਚਰਿਤ ਕਰ ਰਹੇ ਨੇ। ਬੀਤੇ ਕੱਲ ਇਸ ਗੁਰਵਾਕ ਦੀ ਤਕਰੀਰ ਪ੍ਰਾਰੰਭ ਕੀਤੀ ਸੀ। ਬਾਵਿਸਥਾਰ ਰਹਾਉ ਦੇ ਪਦੇ ਨੂੰ ਵਿਚਾਰਿਆ ਸੀ। ਅੱਜ ਯਤਨ ਹੋਏਗਾ ਸਮੁੱਚੇ ਸ਼ਬਦ ਨੂੰ ਅਸੀਂ ਉਹਦੀ ਡਿਸਕਸ਼ਨ ਕਰ ਸਕੀਏ, ਉਹਦੀ ਵਿਵੇਚਨਾ ਕਰ ਸਕੀਏ। ਸਰਸਰੀ ਨਜ਼ਰ ਹੈ ਇੱਕ ਰਹਾਉ ਦੇ ਬੰਦ ਤੇ ਜੋ ਕਿ ਮੁੱਖ ਸੁਨੇਹੇ ਨੂੰ ਕੈਰੀ ਕਰਦਾ ਹੈ। ਸਭ ਜ਼ਿਕਰ ਕਰਦੇ ਨੇ ਲਾਲ ਰੰਗੀਲੇ ਪ੍ਰੀਤਮ ਮਨਮੋਹਨ ਤੇਰੇ ਦਰਸ਼ਨ ਕਉ ਹਮ ਬਾਰੇ ਰਹਾਉ। ਲਾਲ ਰੰਗੀਲੇ ਪ੍ਰੀਤਮ ਮਨਮੋਹਨ बड़ी डिटेल्ड बात हुई सी। जस्ट इतना ही बात कहांगा कि मनुखी जहनीयत which we can naturally say in English language our mindset जहनीयत ਇਹ ਜਿਸ ਚੀਜ਼ ਨੂੰ ਵਾਰ-ਵਾਰ ਸਿਮਰਦੀ ਹੈ whatever we have in repetition in our mindset that repetition is going to convert in our actions. It's a very simple description of human behavior. ਮਨੁੱਖੀ ਵਿਹਾਰ ਦੀ ਇਹੀ ਇੱਕ ਸਰਲ ਵਿਆਖਿਆ ਹੈ ਜੋ ਸਮ੍ਰਿਤੀ ਵਿੱਚ ਆ ਲਗਾਤਾਰ ਦੁਹਰਾਓ ਵਿੱਚ ਆ ਉਹ ਵਿਹਾਰ ਦੇ ਜ਼ਰੀਏ ਉਜਾਗਰ ਹੋਏਗਾ। ਜੇ ਸਮ੍ਰਿਤੀ ਦੇ ਵਿੱਚ ਡਰ ਹੈ, ਬੇਵਸਾਈ ਹੈ, बेविश्वासी है, खौफ है, ईर्खा आ, द्वैख है, वासना आ, वकार आ, मनुखी विहार कैसा होएगा तुसी आप कल्पना कर सकते हैं। If we are carrying all the time some kind of fear, some kind of jealous, hatred, some kind of guilt, some kind of meanness, all these things, human behavior is going to be worse than worse. ਮਹਾਰਾਜ ਸਾਨੂੰ ਅਹਿਸਾਸ ਕਰਾਉਂਦੇ ਰੱਬ ਦਾ ਸਿਮਰਨ ਕਰੋ। ਕਿਸ ਰੱਬ ਦਾ? ਕਿਉਂਕਿ ਰੱਬ ਨੂੰ ਡਿਸਕ੍ਰਾਈਬ ਬੰਦਿਆਂ ਨੇ ਆਪੋ ਆਪਣੇ ਢੰਗ ਨਾਲ ਕੀਤਾ ਹੈ। ਗੁਰੂ ਪਾਤਸ਼ਾਹ ਕਹਿੰਦੇ ਉਹਦਾ ਜਿਹਦੀ ਓਮਨੀ ਪ੍ਰੈਜ਼ੈਂਸ ਆ ਤੇ ਓਮਨੀ ਪ੍ਰੈਜ਼ੈਂਸ ਪੂਰੀ ਗਲੋਰੀਅਸ ਆ ਕਾਹਦੇ ਨਾਲ? ਵਰਚੂਜ਼ ਦੇ ਨਾਲ, ਕੁਆਲਿਟੀਜ਼ ਦੇ ਨਾਲ। ਸੋ ਦੈਟਸ ਵਾਈ ਮਹਾਰਾਜ ਇਜ਼ ਯੂਜ਼ਿੰਗ ਦੀਜ਼ ਵਰਡਸ ਲਾਲ ਰੰਗੀਲੇ ਪ੍ਰੀਤਮ ਮਨਮੋਹਨ ਜਿਹਦੀ ਲਾਲਿਮਾ ਆਭਾ ਮੰਡਤ ਆ, ਜਿਹੜਾ ਜ਼ਿੰਦਗੀ ਨੂੰ ਰੰਗ ਭਰਨ ਵਾਲਾ ਆ, ਬੇਰੰਗ ਨਹੀਂ ਕਰਦਾ ਬਲਕਿ ਸਭ ਰੰਗ ਦੇ ਦਿੰਦਾ ਹੈਗਾ। ਪ੍ਰੀਤਮ ਜਿਹੜਾ ਪਿਆਰ ਦਾ ਮੁਜੱਸਮ ਹੈ, ਮਨਮੋਹਨ ਜਿਹਦੇ ਨਾਲ ਆਸਥਾ ਜੇ ਨਜ਼ਰਿਆਬ ਹੋ ਜਾਏ ਉਸ ਢੰਗ ਦੇ ਨਾਲ ਤੇ ਮਨ ਮੋਹਿਤ ਹੋ ਜਾਂਦਾ ਹੈਗਾ ਆ। ਤੇਰੇ ਦਰਸ਼ਨ ਕਉ ਹਮ ਬਾਰੇ, ਮੈਂ ਤੇਰੇ ਦੀਦਾਰ ਤੋਂ ਕੁਰਬਾਨ ਜਾਣ ਵਾਸਤੇ ਤੜਪ ਰਿਹਾ ਹਾਂ। ਗੁਰੂ ਅਰਜਨ ਸਾਹਿਬ ਹੁਣ ਦਰਸ਼ਨ ਕੋ, ਦਰਸ਼ਨ ਤੇ ਦੇਖੋ ਹੀ ਏ ਜੋ ਤੁਹਾਨੂੰ ਦਿਸਦਾ ਤੇ ਇਕੱਲਾ ਦਿਸਦਾ ਨਹੀਂ ਤੁਹਾਨੂੰ ਸਮਝ ਆਉਂਦਾ ਹੈ। ਭਾਰਤੀ ਖਿੱਤੇ ਦੇ ਵਿੱਚ ਦਾਰਸ਼ਨਿਕਤਾ ਦਾ ਮਤਲਬ ਫਲਸਫਾ ਹੁੰਦਾ ਹੈ ਤੇ ਫਲਸਫਾ ਜਿਹੜਾ ਆ ਜਿਹਨੂੰ ਅਸੀਂ ਫਿਲੋਸਫੀ ਕਹਿੰਦੇ ਆ ਐਕਚੁਅਲ ਲੈਵਲ ਤੇ ਇਹੋ ਗੱਲਾਂ ਬਾਤਾਂ ਸੰਦੇਸ਼ ਜਜ਼ਬਾਤ ਉਹ ਸਾਰੇ ਕਾਸੇ ਦਾ ਜਿਹਨੂੰ ਕਹਿ ਲਵੋ ਕਿ ਇੱਕ ਤਰ੍ਹਾਂ ਦੇ ਨਾਲ ਇਹ ਇੱਕ ਅਰਕ ਆ ਜਿਹੜਾ ਤੁਹਾਡੇ ਜੀਵਨ ਨੂੰ ਸ਼ੇਪ ਦੇਣ ਵਿੱਚ ਮਦਦ ਕਰਦਾ ਆ। ਤੇ ਫਿਰ ਜਦੋਂ ਸ਼ੇਪ ਦੇਣ 'ਚ ਮਦਦ ਕਰਦਾ ਹੈ ਤਾਂ ਉਸ ਮਦਦ ਦੇ ਜ਼ਰੀਏ ਜਿਹੜਾ ਤੁਸੀਂ ਜੀਵਨ ਜਿਉਂਦੇ ਹੋ ਉਹ ਤੁਹਾਡੀ ਆਈਡੈਂਟਿਟੀ ਬਣਾਉਂਦਾ ਆ। ਯੂ ਨੋ ਸਿੰਪਲ ਲੈਵਲ 'ਤੇ ਬਾਤ ਕਹਾਂਗਾ ਕਿਸੇ ਦਾ ਨਾਮ ਕੋਈ ਵੀ ਹੋ ਸਕਦਾ ਹੈ ਪਰ ਆਈਡੈਂਟਿਟੀ ਜਿਹੜੀ ਹੈ ਉਹਦਾ ਅਮਲ ਬਣਾਉਂਦਾ ਆ, ਨਾਮ ਨਹੀਂ। ਨਾਮ ਤਾਂ ਅਸੀਂ ਘਰਾਂ ਥਾਵਾਂ 'ਤੇ ਬੜੇ ਬੜੇ ਪਿਆਰੇ ਵੀ ਰੱਖ ਲੈਂਦੇ ਹਾਂ ਅਤੇ ਕਈ ਵਾਰ ਇਹ ਹੁੰਦਾ ਬੰਦੇ ਦਾ ਨਾਂ ਪ੍ਰੇਮ ਸਿੰਘ ਆ, ਪ੍ਰੇਮ ਚੰਦ ਆ, ਕੋਈ ਕਿਸੇ ਕਿਸਮ ਦੇ ਨਾਲ ਨਾਂ ਰੱਖੇ ਜਾਂਦੇ। ਅਤੇ ਹੁਣ ਜਦੋਂ
ਉਹਦੀ ਪਹਿਚਾਣ ਆ। ਤੇ ਕਈ ਵਾਰੀ ਘਰਾਂ ਦੇ ਲੋਕ ਕਹਿੰਦੇ ਓਏ ਹੌਲੀ ਗੱਲ ਕਰ, ਉਸ ਭਾਂਬੜ ਨੇ ਸੁਣ ਲਿਆ ਤੇ ਹੁਣੇ ਕੰਮ ਖਰਾਬ ਹੋ ਜਾਏਗਾ। ਕਮਾਲ ਹੈ, ਨਾਂ ਤੇ ਪ੍ਰੇਮ ਸਿੰਘ ਸੀਗਾ, ਆਈਡੈਂਟਿਟੀ ਕੀ ਬਣ ਗਈ? ਆਈਡੈਂਟਿਟੀ ਇਹ ਬਣ ਗਈ ਭਾਂਬੜ, ਲੜਾਈ, ਝਗੜਾ, ਮੁਫਾਦ। ਇਹ ਕਿੱਥੋਂ ਆ ਗਿਆ? ਐਕਚੁਅਲ ਲੈਵਲ ਤੇ ਇਹ ਹੈ ਉਹਦਾ ਅਸਲ ਦਰਸ਼ਨ। ਇਹੋ ਜਿਹੇ ਦਰਸ਼ਨ ਨੂੰ ਕੌਣ ਕਰਨਾ ਚਾਹੇਗਾ? ਮੈਂ ਕਹਾਂਗਾ ਬੰਦਾ ਕਈ ਵਾਰੀ ਆਪ ਵੀ ਨਹੀਂ ਕਰਨਾ ਚਾਹੁੰਦਾ। ਮੈਂ ਬਹੁਤ ਦਾਨਿਸ਼ਮੰਦ ਇੱਕ ਸਕਾਲਰ ਪ੍ਰੋਫੈਸਰ ਕੋਲ ਪੜ੍ਹਦਾ ਸੀ, ਐਂਡ ਹੀ ਵਾਜ਼ ਆਵਰ ਪ੍ਰੋਫੈਸਰ, ਐਂਡ ਬਹੁਤ ਕਮਾਲ ਦੀਆਂ ਚੀਜ਼ਾਂ ਪੜ੍ਹਾਈਆਂ, ਬੜਾ ਕੁਝ ਸਮਝਾਇਆ। ਜਿਸ ਦਿਨ ਅਸੀਂ ਵਿਦਾ ਹੋਣ ਲੱਗੇ, ਸਾਡਾ ਪੋਸਟ ਮਾਸਟਰ ਕੋਰਸਿਸ ਵਿੱਚ ਇਨਵੋਲਵ ਸੀਗੇ, ਆਪਣੇ ਹੱਥ ਲਿਖੇ ਰਜਿਸਟਰਡ ਨੋਟਸ ਜਿਹੜੇ ਸੀਗੇ ਉਹ ਫੋਟੋ ਕਾਪੀ ਕਰਕੇ ਦੇ ਦਿੱਤੇ। ਲਾਈਫ ਟਾਈਮ ਦੀ ਕਮਾਈ ਹੋਏਗੀ ਬੰਦੇ ਦੀ, ਆਹ ਲੈ ਲਓ, ਇੰਜੋਏ ਦੈਮ, ਬਿਕੋਜ਼ ਫਰਦਰ ਲਾਈਫ ਵਿੱਚ ਤੁਸੀਂ ਕਿਤੇ ਪਹੁੰਚਣਾ ਹੈ। ਠੀਕ ਹੈ ਜੀ। ਜਸਟ ਵੈਸੇ ਬੀਇੰਗ ਏ ਸਟੂਡੈਂਟ ਅਸੀਂ ਉਹਨਾਂ ਨੂੰ ਥੈਂਕਸਫੁਲ ਹੋਏ, ਵੀ ਆਰ ਵੈਰੀ ਗ੍ਰੇਟਫੁਲ ਟੂਵਰਡ ਦਿਸ ਕਾਈਂਡ ਆਫ ਪਰਸਨ। ਬਟ ਐਟ ਦ ਸੇਮ ਟਾਈਮ ਅਸੀਂ ਕਿਹਾ ਕੋਈ ਖਾਸ ਗੱਲ ਜਿਹੜੀ ਅੱਜ ਸਾਡੀ ਮੈਮਰੀਜ਼ ਦੇ ਨਾਲ ਕੈਰੀ ਹੋ ਕੇ ਚੱਲੀ ਜਾਏ। ਹੱਸਦਿਆਂ ਹੋਇਆਂ ਥੋੜ੍ਹੇ ਇਮੋਸ਼ਨਲ ਹੋ ਕੇ ਕਹਿੰਦੇ ਬਾਕੀ ਸਭ ਕੁਝ ਲੈ ਲਓ ਮੇਰੇ ਕੋਲੋਂ, ਜੋ ਕੁਝ ਪੜ੍ਹਾਇਆ ਸਭ ਸੋਨਾ ਆ, ਜੋ ਦੇ ਰਿਹਾ ਤੁਹਾਨੂੰ ਇਹ ਵੀ ਸੋਨਾ ਆ, ਸਭ, ਇੱਕ ਚੀਜ਼ ਨਾ ਲਿਆ ਜੇ। ਵਟ? ਮੇਰਾ ਸੁਭਾਅ ਇਹ ਨਹੀਂ ਠੀਕ ਹੈਗਾ। ਸਾਲ ਦੇ ਵਿੱਚ ਸਿਰਫ 366 ਬੰਦੇ ਮੇਰੇ ਨਾਲ ਲੜਦੇ ਨੇ, ਦਿਨ 365 ਹੁੰਦੇ ਨੇ। ਮੇਨ ਐਕਚੁਅਲ ਇਹ ਵੀ ਇੱਕ ਸੱਚਾਈ ਹੈ। ਬੰਦੇ ਦੀ ਇਹੋ ਜਿਹੀ ਹਾਲਤ ਆ, ਇਸ ਬੰਦੇ ਨੂੰ ਹੋ ਸਕਦਾ ਹੈ ਬਹੁਤ ਕੁਝ ਸਮਝ ਹੋਏ ਪਰ ਦਰਸ਼ਨ ਨਹੀਂ ਹੋਏ। ਦਰਸ਼ਨ ਕਾਹਦੇ ਨਹੀਂ ਹੋਏ? ਮਨਮੋਹਨ ਦੇ, ਲਾਲ ਦੇ, ਰੰਗੀਲੇ ਦੇ। ਗੁਰੂ ਅਰਜਨ ਸਾਹਿਬ ਕਹਿੰਦੇ ਇਹਦੇ ਦਰਸ਼ਨ ਕਰਾ ਮੈਨੂੰ। ਐਸਾ ਜੀਵਨ ਆ ਜਾਏ, ਦਦਾਰ ਹੋ ਜਾਣ ਤੇਰੇ, ਆਪ ਨੂੰ ਵੀ ਤੇ ਆਪਣੇ ਵਿੱਚੋਂ ਕਿਸੇ ਨੂੰ ਵੀ। ਰੱਬ ਮੇਰੇ ਤੁਹਾਡੇ ਸਭ ਵਿੱਚ ਹੀ ਵਸ ਰਿਹਾ, ਬਾਣੀ ਇਹ ਕਹਿ ਰਹੀ ਹੈ। ਵੈਸੇ ਤਾਂ ਕੋਈ ਸ਼ਕਲ ਸੂਰਤ ਹੈ ਨਹੀਂ ਨਾ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ। ਕਿਹੜੀ ਸ਼ਕਲ ਬਣਾਓਗੇ ਉਹਦੀ? ਕਿਹੜੀ ਅੱਖ ਬਣਾਓਗੇ ਉਹਦੀ? ਕਿਹੜੀ ਮੂਰਤੀ ਬਣਾਓਗੇ ਉਹਦੀ? ਹਾਂ, ਸਭ ਮੈਂ ਜੋਤ ਜੋਤ ਹੈ ਸੋਏ ਹੈ ਤੇ ਇਸੇ ਤਰੀਕੇ ਦੇ ਨਾਲ। ਪਰ ਜਦੋਂ ਕਿਤੇ ਉਜਾਗਰ ਹੁੰਦੀ ਉਹ ਜੋਤ, ਗੁਰ ਸਾਖੀ ਜੋਤ ਪ੍ਰਗਟ ਹੋਏ, ਜਦੋਂ ਗੁਰੂ ਕੀ ਸਿੱਖਿਆ ਉਸ ਤਰੀਕੇ ਨਾਲ ਉਹਨੂੰ, ਜਿਹਨੂੰ ਕਿਹਾ ਜਾਏ ਕਿ ਲਿਟ ਕਰਦੀ ਹੈ, ਫਾਇਰ ਕਰਦੀ ਹੈਗੀ ਹੈ, ਦੈਨ ਉਹ ਜੋਤ ਉਜਾਗਰ ਹੋ ਜਾਂਦੀ ਹੈ। ਉਹ ਦੀਦਾਰ ਕਰਾ ਦੇ ਮੇਰੇ ਮਾਲਕ। ਇਹ ਰਹਾ ਉਹਦਾ ਪਤਾ ਆ। ਜੇ ਉਹ ਸ਼ੁਰੂਆਤੀ ਪੰਕਤੀਆਂ ਨੇ, ਕਿਆ ਗੁਣ ਤੇਰੇ ਸਾਰ ਸੰਭਾਲੀ ਮੋਹਿ ਨਿਰਗੁਣ ਕੇ ਦਾਤਾਰੇ। ਦੇਖੋ, ਮਨੁੱਖ ਕਿਤੇ ਕਿਸੇ ਕਿਸਮ ਦਾ ਵੀ ਮਾਨ, ਮਨੋਵਰ, ਸਤਿਕਾਰ, ਪਿਆਰ, ਸਨੇਹ, ਖਲੂਸ, ਮੁਹੱਬਤ, any kind of actually respect, any kind of recognition, any kind of reward, any kind of earning, whatever we get through the help of our caliber. ਤੇ ਕੈਲੀਬਰ ਜਿਹੜਾ ਆ ਇਹ ਬਲੈਸਿੰਗ ਆ ਮਦਰ ਨੇਚਰ ਦੀ, ਇਹਦੀ ਨਵਾਜ਼ਿਸ਼ ਆ। ਤੇ ਇਹ ਕੈਲੀਬਰ ਹੀ ਐਕਚੁਅਲੀ ਸੇ ਹੋਲ ਸ਼ੈਡੋ ਆਫ ਸਮ ਵਰਚੂਸ, ਕੁਆਲਿਟੀਜ਼ ਦੀ ਕੁਝ ਪਰਛਾਈ ਹੈ। ਗੁਣਾਂ ਦਾ ਪਰਛਾਵਾਂ ਤੁਹਾਡੀ ਰੁਤਬੇਦਾਰੀ ਹੈ। ਇਹ ਰੂਪ ਆ। ਜਿਹੜਾ ਬੰਦਾ ਕਹਿੰਦਾ ਮੇਰੀ ਰੁਤਬੇਦਾਰੀ ਵੱਧ ਜਾਏ, ਗੁਣ ਵਧਣਗੇ ਤੇ ਵਧੇਗੀ। ਦੇਖੋ ਨਾ, ਪਰਛਾਵਾਂ ਤੇ ਉੱਡਾ ਹੀ ਹੋ ਸਕਦਾ ਜਿੱਡਾ ਉਹਦਾ ਵਜੂਦ ਆ। ਜੇ ਵਜੂਦ ਛੋਟਾ ਤੇ ਪਰਛਾਵਾਂ ਵੱਡਾ ਕਿਵੇਂ ਹੋ ਜਾਏਗਾ? ਪਰਛਾਵਾਂ ਤਾਂ ਉਤਨਾ ਹੀ ਜ਼ਬਰਦਸਤ ਹੋਏਗਾ ਜੇ ਵਜੂਦ ਵੱਡਾ ਹੁੰਦਾ ਲਗਾ ਜਾਏਗਾ। ਤੇ ਵਜੂਦ ਗੁਣ ਨੇ। ਸੋ ਇਸ ਕਰਕੇ ਕਿਹਾ ਗਿਆ, ਦਾਤਾ ਤੂੰ ਗੁਣਾਂ ਦਾ ਮੁਜੱਸਮ ਹੈ, ਗੁਣ ਬਖਸ਼ ਮੈਨੂੰ। ਕਿਉਂਕਿ ਗੁਣਾਂ ਤੋਂ ਬਿਨਾਂ ਤਾਂ ਕੁਛ ਵੀ ਨਹੀਂ ਹੋਣਾ ਨਾ। ਬੰਦਾ ਕਈ ਵਾਰ ਇਹ ਵੀ ਕਹਿੰਦਾ ਆ, ਸਪੋਜ਼ ਕਰੋ ਅਸੀਂ ਜਾਪ ਸਾਹਿਬ ਵਿੱਚ ਪੜ੍ਹਦੇ ਹਾਂ, ਆਡੀਠ ਧਰਮ ਅਤ ਢੀਠ ਕਰਮ। ਬੰਦਾ ਢੀਠ ਪੁਣੇ ਨਾਲ ਵੀ ਧਰਮ ਪਾਲੀ ਜਾਂਦਾ, ਪਰ ਧਰਮੀ ਨਹੀਂ ਬਣ ਪਾਉਂਦਾ। ਬੜੇ ਲੋਕ ਨੇ ਜਿੱਦ ਕਰਦੇ ਨੇ, ਬੜਾ ਜਿੱਦੀਏ ਹੋ ਕੇ ਪਾਠ ਵੀ ਕਰਨਗੇ, ਪੂਜਾ ਬੜਾ ਕੁਛ ਅਰਚਨਾ ਕਰਨਗੇ, ਪਰ ਧਰਮ ਨੇੜੇ ਨਹੀਂ ਅਜੇ। ਪਰ ਹੈ ਬੜੇ ਲੱਗੇ ਨੇ ਉਹਦੇ ਉੱਤੇ, ਉਸ ਰੂਪ ਦੇ ਵਿੱਚ। ਕਿਤੇ ਕਿਤੇ ਉਹ ਤਰਸ ਕਰਦਾ ਆ। ਭਗਤੀ ਦਾ ਪਰਛਾਵਾਂ ਤੁਹਾਡੇ ਜੀਵਨ ਦੇ ਕਿਰਦਾਰ ਵਿੱਚ ਆ ਜਾਂਦਾ ਆ। ਇਹਨੂੰ ਗੁਰੂ ਸਾਹਿਬ ਨੇ ਕਿਹਾ ਸੀਗਾ ਕਿ ਇਹ ਦਾਤਾ ਸਭ ਗੁਣ ਤੇਰੇ ਮੈਂ ਨਾ ਹੀ ਕੋਏ। ਮੈਨੂੰ ਪਤਾ ਗੁਣ ਤੇ ਸਾਰੇ ਤੇਰੇ ਨੇ, ਆਪਾਂ ਤੇ ਕੁਝ ਹੈ ਨਹੀਂ ਗੇ, ਪਰ ਤਰਸ ਕਰੀ ਮੇਰੇ ਉੱਤੇ। ਕਿਉਂਕਿ ਵਿਣ ਗੁਣ ਕੀਤੇ ਭਗਤ ਨਾ ਹੋਏ। ਜੇ ਗੁਣ ਹੀ ਕੋਈ ਨਹੀਂ, ਭਗਤੀ ਕਾਹਦੀ ਹੈ ਫਿਰ?
मैं भी तेरा डिवोटी कहदा आ। डिवोशन ਤਾਂ ਹੀ ਮੈਨੂੰ ਸੂਟ ਕਰਦਾ ਹੈ ਨਾ, ਮੈਚ ਕਰਦਾ ਆ ਜੇ ਮੇਰੇ 'ਚ ਉਸ ਕਿਸਮ ਦੇ ਗੁਣਾਤਮਕ ਪੱਖ ਹੈਗੇ ਨੇ। ਜਿੱਥੇ ਸਾਹਿਬ ਨੇ ਜ਼ਿਕਰ ਕੀਤਾ ਕਿਆ ਗੁਣ ਤੇਰੇ ਸਾਰ ਸੰਭਾਲੀ, ਮੈਨੂੰ ਨਹੀਂ ਪਤਾ ਕਿਹੜੇ ਗੁਣਾਂ ਦੀ ਸਾਰ ਲਵਾਂ, ਕਿਹੜੇ ਗੁਣਾਂ ਦੀ ਸੰਭਾਲ ਕਰਾਂ ਜਿਨ੍ਹਾਂ ਦੇ ਸਦਕਾ ਮੇਰੀ ਰਸਾਈ ਤੇਰੇ ਦਰਸ਼ਨ ਤੱਕ, ਤੇਰੇ ਤੱਕ ਹੋ ਜਾਏ। ਕਿਆ ਗੁਣ ਤੇਰੇ ਸਾਰ ਸੰਭਾਲੀ ਮੋਹ ਨਿਰਗੁਣ ਕੇ ਦਾਤਾਰੇ। ਮੈਨੂੰ ਇਹ ਵੀ ਨਹੀਂ ਪਤਾ ਦਾਤਾ ਮੈਂ ਤੇਰੇ ਤੋਂ ਕਿਹੜਾ ਗੁਣ ਮੰਗਣਾ ਤੇ ਕਿਹੜਾ ਗੁਣ ਮੈਨੂੰ ਚਾਹੀਦਾ ਹੈ। ਮੈਨੂੰ ਨਿਰਗੁਣ ਨੂੰ ਤੂੰ ਹੀ ਗੁਣ ਦੇਣ ਵਾਲਾ ਆ। ਸਪੋਜ਼ ਕਰੋ ਨਾ ਕਿ ਕਈ ਵਾਰ ਇਹ ਹੁੰਦਾ ਹੈ ਕਿ ਤੁਸੀਂ ਬੱਚੇ ਛੋਟੇ ਜਿਹਨੂੰ ਕਹਿ ਦਿਓ ਕਿ ਤੂੰ ਜੋ ਤੂੰ ਚੂਜ਼ ਕਰੇਗਾ ਆਈ ਵਿਲ ਪ੍ਰੋਵਾਈਡ ਯੂ। ਸੱਚ ਇਹ ਬੱਚੇ ਨੂੰ ਤਾਂ ਚੂਜ਼ ਕਰਨ ਦਾ ਵੀ ਨਹੀਂ ਪਤਾ ਉਹ ਕੀ ਚੂਜ਼ ਕਰੇਗਾ, ਕਿਉਂਕਿ ਉਹਦੇ ਵਾਸਤੇ ਵੀ ਤਾਂ ਸਮਝ ਚਾਹੀਦੀ ਹੈ ਨਾ। ਇੱਥੇ ਜਾ ਕੇ ਇਸ ਕਿਸਮ ਦੀ ਮਦਦ, ਹੇ ਦਾਤਾ ਮੈਨੂੰ ਤੇ ਇਹਨਾਂ ਵੀ ਨਹੀਂ ਪਤਾ, ਮੈਂ ਕਾਹਦੀ, ਮੈਨੂੰ ਤੇ ਸਾਰ ਨਹੀਂ ਤੇ ਮੈਂ ਸਾਰ ਸੰਭਾਲ ਨਾ ਲਵਾਂ। ਸੱਚ ਇਹ ਹੈ ਪ੍ਰੇਮ ਦੀ ਥਾਂ ਤੇ ਨਫ਼ਰਤ ਅਪਣਾ ਲੈਂਦੇ ਆ, ਦਇਆ ਦੀ ਥਾਂ ਦੇ ਉੱਤੇ ਜਿਹੜਾ ਹੈ ਕਿਸੇ ਦੇ ਪ੍ਰਤੀ ਸਾੜਾ, ਕਿਸੇ ਦੇ ਪ੍ਰਤੀ ਕਠੋਰਤਾ ਅਪਣਾ ਲੈਂਦੇ ਆ। ਜਿੱਥੇ ਧੀਰਜ ਦੀ ਗੱਲ ਹੁੰਦੀ ਹੈ ਉੱਥੇ ਡਰ ਆ ਜਾਂਦਾ ਹੈ, ਕਾਲਾਪਨ ਆ ਜਾਂਦਾ ਹੈ, ਸਹਿਮ ਆ ਜਾਂਦਾ ਹੈ। ਜਿੱਥੇ ਕਿਤੇ ਬਹੁਤ ਜ਼ਿਆਦਾ ਅੰਦਰ ਨੂੰ ਮਜ਼ਬੂਤ ਕਰਨ ਦੀ ਗੱਲ ਹੁੰਦੀ ਹੈ ਉੱਥੇ ਬਿਲਕੁਲ ਜਿਹੜਾ ਹੈਗਾ ਇੱਕਦਮ ਪਾਣੀ ਦੀ ਤਰ੍ਹਾਂ ਜਿਹੜਾ ਹੈਗਾ ਪਿਘਲ ਜਾਂਦੇ ਆ, ਇੱਕ ਤਰ੍ਹਾਂ ਉਸ ਰੂਪ ਦੇ ਵਿੱਚ ਜਿਹੜਾ ਹੈ ਖੌਫਜ਼ਦਾ ਹੋ ਜਾਂਦੇ ਆ। ਗੁਣ ਤੇ ਅਸੀਂ ਆਪ ਹੀ ਗਵਾਈ ਜਾਂਦੇ ਹਾਂ। ਜਦੋਂ ਪਤਾ ਆ ਸੱਚ ਬੋਲਣ ਨਾਲ ਬੰਦੇ ਦੀ ਦੀਨ ਦੁਨੀਆ 'ਚ ਭਲਾਈ ਹੁੰਦੀ ਹੈ, ਝੂਠ ਕਿਉਂ ਬੋਲਦੇ ਆ? ਜਦੋਂ ਪਤਾ ਆ ਪ੍ਰੇਮ 'ਚ ਰੱਬ ਵਸਦਾ ਆ, ਨਫ਼ਰਤ ਕਿਉਂ ਕਰਦੇ ਆ? ਸੱਚ ਇਹ ਹੈ ਪਤਾ ਹੀ ਨਹੀਂ। ਜਿਵੇਂ ਬੱਚੇ ਨੂੰ ਹੈ, ਬੱਚੇ ਦਾ ਗਿਆਨ ਓਪਰਾ ਜਿਹਾ ਹੁੰਦਾ ਆ। ਉਹ ਇੰਟੈਲੀਜੈਂਟ ਤੇ ਹੋ ਸਕਦਾ ਥੋੜਾ ਬਹੁਤਾ ਕਿਤੇ ਉਸ ਰੂਪ ਦੇ 'ਚ, ਵਾਈਜ਼ ਨਹੀਂ ਗਾ। ਕਿਉਂਕਿ ਗਿਆਨ ਹੀ ਨਹੀਂ, ਅਜੇ ਉਸ ਲੈਵਲ ਤੇ ਐਕਸਪੀਰੀਅੰਸ ਹੀ ਨਹੀਂ ਉਸ ਚੀਜ਼ ਦਾ। ਦਾਤਾ ਮੇਰੀ ਹਾਲਤ ਇਹ ਹੈ, ਮੈਨੂੰ ਨਹੀਂ ਪਤਾ, ਮੇਰੇ ਜੀਵਨ ਦੇ 'ਚ ਇਹਨਾਂ ਚੀਜ਼ਾਂ ਦੀ ਵੈਲਿਊ ਹੀ ਨਹੀਂ ਮੈਨੂੰ ਪਤਾ, ਮੈਂ ਇਵੈਲੂਏਟ ਹੀ ਨਹੀਂ ਕਰ ਸਕਦਾ। ਸੋ ਪਲੀਜ਼ ਹੈਲਪ ਮੀ। ਦਿਸ ਕਾਈਂਡ ਆਫ ਪ੍ਰੇਅਰ actually we can see behind this line. Maharaj is saying क्या गुण तेरे सार संभाली मोह निर्गुण के दातारे। फिर क्या बै खरीद क्या करे चतुराई ये जियो पिंड सब थारे। बाकी ये भी गल आ कि मैं हो रहा तो तू हो रहा है, ऐसी कोई गल नहीं कि दाता। बै खरीद, बै लफज फारसी चो आया, पंजाबी एज इट इज़ यूज़ करते हैं असी। किसी चीज़ का एक बारी मुल तार देना। गुलाम पुराने समय खरीदे वेचे जाते सीगे, मैं तेरा गुलाम हाँ तो गुलाम भी बै खरीद आ जिहदा मुल एक बारी तार दिता गया। भाव मेरी की समझ है, मैं तेरे ते डिपेंड करता है। ये इस तरह जानो कि एक तरह दे नाल एक भाव, एक फीलिंग अपने अंदर अडॉप्ट करने की गल आई जा रही है। हुण इस फीलिंग्स नूं जदों बंदा लैके आवेगा, सपोज सिंपल बात की जाए, असी जिस सपोज मैं साइकोलॉजी च एक बात कहांगा कि सपोज वी आर बाइंग ए बुक एंड व्हेन वी आर बाइंग ए बुक एंड दैट टाइम वी हैव some kind of sort of feeling, oh this book is actually nothing, I don't think I need this book, or I don't think the price I'm paying this is worth for it. No, just because I have to buy it, that I'm thinking to buy it, I'm buying it. वो बुक जिन्नी मर्जी प्रीशियस होए, जो मर्जी ਉਹਦੇ 'ਚ ਲਿਖਿਆ ਹੋਏ, ਉਹ ਬੰਦਾ ਉਹ ਸਾਰੀ ਨੂੰ 2 ਵਾਰੀ ਵੀ ਪੜ੍ਹ ਲੇ, ਉਹ ਕਹਿੰਦੇ ਉਹਦੇ ਵਾਸਤੇ ਕੋਈ ਵੈਲਿਊ ਨਹੀਂ ਕਰਦੀ। ਕਿਉਂ? ਕਿਉਂਕਿ ਫੀਲਿੰਗ ਨਹੀਂ ਹੈ। एहसास हुए बुक खरीदिया होया, आई एम गोना लर्न समथिंग फ्रॉम इट। इस एहसास ने वो भावें 2 कौड़ी की किताब होए बंदे नूं किते ते किते लै जाती है। मैं कई बार एहसास करदा, सानूं मैनूं याद आ जदों असीं पढ़ रहे सी यूनिवर्सिटी दे विच, ते एक बारी दुख नानक गुरुद्वारा साहब मत्था टेकण गए। साडे नाल साडे बड़े स्कॉलर प्रोफैसर सीगे, ਤੇ ਬਾਹਰ ਪਿੰਗਲਵਾੜੇ ਵਾਲਿਆਂ ਦਾ ਸਟਾਲ ਲੱਗਾ ਸੀ, ਤੁਸੀਂ ਦੇਖਿਆ ਹੋਣਾ, ਜਿਵੇਂ ਲੱਗੇ ਜਗ੍ਹਾ ਜਗ੍ਹਾ ਉਹਨਾਂ ਦੇ। ਤੇ ਉੱਥੇ ਭਗਤ ਪੂਰਨ ਸਿੰਘ ਜੀ ਦੇ ਛੋਟੇ ਛੋਟੇ ਟਰੈਕਟ ਪਏ ਹੁੰਦੇ ਨੇ। ਤੇ ਉਹ ਬੰਦਾ ਜੇ ਕੋਈ ਥੋੜ੍ਹਾ ਬਹੁਤਾ ਕਹਿੰਦੇ ਨਾ ਵੀ ਯੂ ਕੈਨ ਨੋਟ ਜੱਜ ਏ ਬੁੱਕ ਬਾਈ ਜਸਟ ਲੁਕਿੰਗ ਐਟ ਜਿਹੜਾ ਦਾ ਕਵਰ ਆ, ਤੇ ਉਹ ਉਹਨਾਂ ਨੂੰ ਜੇ ਕਿਤੇ ਵੈਸੇ ਦੇਖਿਆ ਜਾਏ
ਉਹਨਾਂ ਦੇ ਕਾਗਜ਼ਾਂ ਦੀ ਮਤਲਬ ਜਿਹੜੀ ਹੈਗੀ ਹੈ ਲੁੱਕ ਵੀ ਐਵੇਂ ਦੀ ਹੁੰਦੀ ਹੈ, ਮਤਲਬ ਬੜਾ ਰੱਦੀ ਜਿਹਾ ਸਮਾਨ ਹੁਣ, ਤੇ ਫਿਰ ਵੀ ਥੋੜ੍ਹਾ ਠੀਕ ਲੱਗਦਾ। ਉਦੋਂ ਬਿਲਕੁਲ ਹੀ ਮੈਂ ਅੱਜ ਤੋਂ 20 ਸਾਲ ਪਹਿਲਾਂ ਦੀ ਬਾਤ ਕਰਦਾ ਹਾਂ। ਅਤੇ ਅਸੀਂ ਉਹ ਬੁੱਕਸ ਇਸ ਤਰੀਕੇ ਨਾਲ ਦੇਖ ਰਹੇ ਹਾਂ, ਜਿਹੜੇ ਪੈਂਫਲੇਟਸ ਵਗੈਰਾ। ਅਤੇ ਸਾਡੇ ਪ੍ਰੋਫੈਸਰ ਸਾਹਿਬ ਸਾਨੂੰ ਇਹ ਕਹਿੰਦੇ ਇਹਨੂੰ ਨਾ ਰੱਦੀ ਦਾ ਕਾਗਜ਼ ਸਮਝ ਕੇ ਨਾ ਚੱਕਿਆ ਜੇ, ਨਾ ਰੱਦੀ ਦਾ ਕਾਗਜ਼ ਸਮਝ ਕੇ ਖਰੀਦ ਇਹਨਾਂ ਨੂੰ ਲਿਆ ਜੇ, ਮੋਸਟਲੀ ਲਿਟਰੇਚਰ ਫਰੀ ਸੀਗਾ। ਅਤੇ ਅਸੀਂ ਕਿਹਾ ਜੀ ਨਹੀਂ ਇਸ ਤਰ੍ਹਾਂ ਨਹੀਂ। ਕਹਿੰਦੇ ਨਹੀਂ, ਮੈਂ ਤੁਹਾਨੂੰ ਸੱਚੀ ਦੱਸ ਰਿਹਾ, ਇਹ ਇਸ ਤਰ੍ਹਾਂ ਸਮਝ ਕੇ ਚੱਲਿਆ ਜੇ ਕਿ ਇੱਕ ਬੰਦੇ ਨੇ ਆਪਣੇ ਜੀਵਨ ਦੇ ਵਿੱਚੋਂ ਇੱਕ ਬਹੁਤ ਵੱਡੀ ਉਡਾਰੀ ਭਰੀ ਹੈ, ਬਿਨਾਂ ਕਿਸੇ ਬਹਿਰੂਨੀ ਮਨੁੱਖਾਂ ਦੀ ਗਾਈਡੈਂਸ ਤੋਂ। ਅੰਦਰਲੇ ਇਨਰ ਇਨਸਟਿੰਕਟ, ਜਿਹਨੂੰ ਅਸੀਂ ਅੰਦਰ ਦਾ ਵਿਵੇਕ ਕਹਿੰਦੇ ਹਾਂ, ਉਸ ਵਿਵੇਕ ਦੇ ਦੀਵੇ ਨੂੰ ਇੱਕ ਸ਼ਮਾ ਦੀ ਤਰ੍ਹਾਂ ਬਾਲਿਆ ਹੈ। ਜੇ ਤੁਸੀਂ ਉਵੇਂ ਬਾਲਣਾ ਚਾਹੁੰਦੇ ਹੋ, ਫਿਰ ਕਿਤਾਬ ਚੱਕਿਆ ਜਾਏ, ਫਿਰ ਤੁਹਾਡੇ ਅੰਦਰ ਜਿਹੜਾ ਉਹਦਾ ਰੰਗ ਬਣੇਗਾ ਟੋਟਲੀ ਡਿਫਰੈਂਟ ਹੋਏਗਾ। ਅਤੇ ਮੈਨੂੰ ਯਾਦ ਆ, ਉਸ ਰਾਤ ਪੈਂਫਲੇਟ ਪੜ੍ਹਦਿਆਂ ਪ੍ਰੋਫੈਸਰ ਸਾਹਿਬ ਦੀ ਗੱਲ ਵਾਰ-ਵਾਰ ਯਾਦ ਆ ਰਹੀ। ਉਹੀ ਜਿਹੜੇ ਲਫ਼ਜ਼ ਪਹਿਲਾਂ ਕੋਈ ਮਾਇਨੇ ਨਹੀਂ ਸੀ ਲੱਗਦੇ, ਉਹਨਾਂ ਦੇ ਮੀਨਿੰਗਸ ਬਦਲਣੇ ਸ਼ੁਰੂ ਹੋ ਗਏ। ਸੋ ਇਹ ਹੈ ਅਕਾਲ ਪੁਰਖ ਵਾਹਿਗੁਰੂ, ਉਹਦੇ ਨਾਲ ਤੁਸੀਂ ਕੋਈ ਰਿਸ਼ਤਾ ਤੇ ਬਣਾਓਗੇ ਨਾ। ਕੁਛ ਰਿਸ਼ਤਾ ਕਿਸ ਕਿਸਮ ਦਾ? ਬਾਣੀ ਕਹਿੰਦੀ ਏ ਬੈ ਖਰੀਦ, ਉਹਨੂੰ ਅਰਦਾਸ ਕਰੋ, ਮਾਲਕਾ ਮੈਂ ਤੇਨੇ ਜੋਗਾ ਵੀ ਨਹੀਂ ਤੈਨੂੰ ਸਵਾਲ ਕਰ ਸਕਾਂ, ਤੈਨੂੰ ਕੋਈ ਗੱਲ ਕਹਿ ਸਕਾਂ, ਤੇਰੇ ਤੋਂ ਮੰਗ ਸਕਾਂ। ਗੁਲਾਮ ਤੇ ਮੰਗ ਵੀ ਨਾ ਮੰਗਦਾ, ਗੁਲਾਮ ਤੇ ਵੀ ਨਹੀਂ ਕਹਿ ਸਕਦਾ ਮੇਰੇ ਲਈ ਆਹ ਕਰ ਦੇ, ਮੇਰੀ ਤੇ ਪਾਇਆ ਹੀ ਕੀ ਹੈ, ਕਿਉਂਕਿ ਮੈਂ ਤੇ ਪਹਿਲਾਂ ਹੀ ਤੇਰੇ ਦਰ ਤੇ ਵੇਖ ਚੁੱਕਾ। ਬੈ ਖਰੀਦ ਕਿਆ ਕਰੇ ਚਤੁਰਾਈ, ਤੇ ਫਿਰ ਚਲਾਕੀ ਤੇ ਕਾਹਦੀ? ਇੰਟਲੈਕਟ ਇੱਥੇ ਆ ਕੇ ਬੜਾ ਲੋਅਰ ਲੈਵਲ ਤੇ ਆ ਜਾਂਦਾ। ਇੰਟਲੈਕਟ ਕਹਿੰਦਾ ਕਿ ਨੋ ਆਈ ਕੈਨ ਨਾਟ ਪਲੇ ਐਨੀ ਰੋਲ ਇਨ ਫਰੰਟ ਆਫ ਦਿਸ ਐਕਚੁਅਲੀ ਡਿਵੋਸ਼ਨਲ ਫੀਲਿੰਗਸ। ਜਸਟ ਸਰੈਂਡਰ ਯੂਰ ਸੈਲਫ ਟੂਵਰਡ ਆਲਮਾਈਟੀ ਅਕਾਲ ਪੁਰਖ ਵਾਹਿਗੁਰੂ, ਉਹਦੇ ਸਾਹਮਣੇ। ਇੱਥੇ ਕਿਆ ਮੈਂ ਬੈ ਖਰੀਦ ਕਿਆ ਕਰੇ ਚਤੁਰਾਈ, ਇਹ ਜੀਓ ਪਿੰਡ ਸਭ ਥਾਰੇ, ਇਹ ਜਿੰਦ ਵੀ ਤੇਰੀ ਹੈ, ਪਿੰਡ ਵੀ ਤੇਰਾ, ਤੇਰਾ ਹੀ ਥਾਰਾ ਹੀ ਹੈ। ਭਾਵ ਮੈਂ ਇਹਦੇ ਤੇ ਆਪਣੀ ਓਨਰਸ਼ਿਪ ਵੀ ਨਹੀਂ ਕਲੇਮ ਕਰ ਸਕਦਾ, ਮੈਨੂੰ ਤਾਂ ਤੂੰ ਵਰਤਣ ਵਾਸਤੇ ਦਿੱਤਾ ਸਾਰੇ ਦਾ ਸਾਰਾ। ਅਗਲਾ ਬਚਨ ਲਿਖਿਆ ਸਾਹਿਬ ਨੇ ਇਹਦੇ 'ਚ, ਸਾਹਿਬ ਕਹਿੰਦੇ ਪ੍ਰਭ ਦਾਤਾ ਮੋਹਿ ਦੀਨ ਭਿਖਾਰੀ, ਤੁਮ ਸਦਾ ਸਦਾ ਉਪਕਾਰੇ। ਪ੍ਰਭੂ ਤੂੰ ਦਾਤਾ ਹੈ, ਮੈਂ ਦੀਨ ਭਿਖਾਰੀ ਹਾਂ। ਦੀਨ ਭਿਖਾਰੀ ਹੁੰਦਾ ਜਿਹਦੇ ਭਿਖਾਰੀ ਤਾਂ ਵੈਸੇ ਬੈਗਰ ਇਟ ਸੈਲਫ ਹੀ ਐਕਚੁਅਲੀ ਜਿਹੜੀ ਟਰਮੀਨੋਲੋਜੀ ਹੈ ਦੱਸਦੀ ਹੈ ਕਿ ਬੰਦੇ ਦੀ ਕੋਈ ਪਾਇਆ ਨਹੀਂ ਗਈ, ਪਰ ਦੀਨ ਭਿਖਾਰੀ ਜਿਹੜਾ ਬੜਾ ਦੀਨ ਦੁਖੀ ਹੈ, ਜਿਹਨੂੰ ਸ਼ਾਇਦ ਕਿਤੋਂ ਭਿੱਖਿਆ ਮਿਲਣ ਦੀ ਵੀ ਆਸ ਨਹੀਂ ਹੈ। ਹੇ ਮਾਲਕ ਮੈਂ ਤੇਰੇ ਅੱਗੇ ਇਸ ਰੂਪ ਦੇ 'ਚ ਆਪਣੇ ਆਪ ਨੂੰ ਪੇਸ਼ ਕਰਦਾ, ਤੇਰੇ ਕੋਲ ਇਵਜ ਮੰਗ ਰਿਹਾ। ਪ੍ਰਭ ਦਾਤਾ ਮੋਹਿ ਦੀਨ ਭਿਖਾਰੀ, ਤੁਮ ਸਦਾ ਸਦਾ ਉਪਕਾਰੇ। ਪਰ ਇੱਕ ਵਿਸ਼ਵਾਸ ਜ਼ਰੂਰ ਹੈ, ਵਿਸ਼ਵਾਸ ਇਹ ਹੈ ਤੂੰ ਸਦਾ ਤੋਂ ਲੈ ਕੇ ਸਦਾ ਤੱਕ ਉਪਕਾਰ ਕਰਦਾ ਆਇਆ ਹੈਗਾ। ਹਿਊਮਨ ਲਾਈਫ ਵਾਸਤੇ ਇਹ ਚੀਜ਼ ਬੜੀ ਜ਼ਰੂਰੀ ਹੈ, ਅਦਰਵਾਈਜ਼ ਕਈ ਵਾਰੀ ਅਸੀਂ ਹੋਪਲੈਸ ਹੋ ਜਾਂਦੇ ਹਾਂ। ਹੋਪ ਬੜੀ ਵੱਡੀ ਚੀਜ਼ ਹੁੰਦੀ ਹੈ, ਵੱਡੀ ਤੋਂ ਵੱਡੀ ਮੁਸ਼ਕਿਲ ਵਿੱਚ ਵੀ ਹੋਪ ਬੰਦੇ ਨੂੰ ਜਿਹੜਾ ਹੈਗਾ ਉਹ ਬਾਹਰ ਕੱਢ ਦਿੰਦੀ ਹੈ। ਜਿਵੇਂ ਅੱਜ ਕੋਵਿਡ-19 ਦੀ ਸਿਚੁਏਸ਼ਨ ਵਿੱਚ ਅਸੀਂ ਲੰਘ ਰਹੇ ਹਾਂ, ਐਂਡ ਜਿਹੜੇ ਹੈਲਥ ਐਕਸਪਰਟਸ ਨੇ, ਜਿਹੜੇ ਡਿਜ਼ੀਜ਼ ਐਕਸਪਰਟਸ ਨੇ, ਉਹ ਕਹਿ ਰਹੇ ਨੇ ਕਿ ਸਲੋਲੀ ਐਂਡ ਵਿਦ ਫੁੱਲ ਕੌਸ਼ਸ we should go toward the normal side, ਪਰ at the same time ਜਦੋਂ ਲੋਕੀ ਇਕਨੋਮਿਕਲੀ ਦੇਖਦੇ ਨੇ, ਸੋਸ਼ਲ ਆਪਣੀ ਲਾਈਫ ਦੇ ਜਿਹੜਾ ਹੈਗਾ ਕੁਝ ਕੌਨਸੀਕੁਐਂਸਿਸ ਵੱਲ ਦੇਖਦੇ ਨੇ, ਅੱਜ they are a little bit hectic. They are saying no, we really want actually move toward normal as soon as possible. ਇਹਨਾਂ ਦੋਵਾਂ 'ਚ ਹੁਣ ਫਰਕ ਪੈ ਰਿਹਾ। ਉਹ ਕਹਿ ਰਹੇ ਨੇ ਕਿ ਜੇ ਆਪਾਂ ਹੈਕਟਿਕ ਹੋਏ, if we try to actually come on the same level of normality again, then definitely ਇੱਕ ਹੋਰ ਵੇਵ ਉੱਠੇਗੀ, ਜਿਹੜੀ ਵੇਵ ਸ਼ਾਇਦ ਹੁਣ ਤੋਂ ਜ਼ਿਆਦਾ ਜਿਹੜੀ ਹੈਗੀ ਡਰਾਸਟਿਕ ਤੇ ਜ਼ਿਆਦਾ ਖਤਰਨਾਕ ਹੋਏਗੀ ਸਾਡੇ ਵਾਸਤੇ। ਸੋ ਇਸ ਲਈ ਬੜੇ ਕੌਸ਼ੀਅਸ ਲੈਵਲ ਤੇ ਕੰਮ ਕੀਤਾ ਜਾਏ। ਪਰ ਇਹ ਲੋਕ ਕਿਉਂ ਨਹੀਂ ਸੁਣ ਪਾ ਰਹੇ? ਇਸ ਕਰਕੇ ਕਿਉਂਕਿ ਲੱਗਦਾ ਕਿ ਜੇ ਕਿਤੇ ਥੋੜ੍ਹੀ ਦੇਰ ਹੋਰ ਹੋ ਗਈ, ਸਾਡਾ ਬਿਜ਼ਨਸ ਚਲਾ ਜਾਏਗਾ, ਕਾਰੋਬਾਰ ਚਲਾ ਜਾਏਗਾ, ਜ਼ਿੰਦਗੀ ਚਲੀ ਜਾਏਗੀ, ਫਿਰ ਫਾਇਦਾ ਹੀ ਕੀ ਰਹਿ ਜਾਏਗਾ? ਹੋਪ ਖਤਮ ਹੋ ਰਹੀ ਹੈ। ਐਕਚੁਅਲ ਲੈਵਲ ਤੇ ਬੰਦੇ ਨੂੰ ਅਕੀਦਤ ਦੇ ਰੂਪ ਦੇ 'ਚ ਇੱਕ ਅਹਿਸਾਸ ਕਰਨਾ ਚਾਹੀਦਾ ਹੈ। ਮੁਸ਼ਕਿਲ ਤਕਲੀਫਾਂ ਆਉਂਦੀਆਂ ਨੇ, ਸਮਾਂ ਪਾਉਂਦੀਆਂ ਨੇ, ਫਿਰ ਹੌਲੀ ਹੌਲੀ ਚਲੀਆਂ ਜਾਂਦੀਆਂ ਨੇ। ਜਿਵੇਂ ਸਾਡੇ ਪੰਜਾਬੀ ਦਾ ਇੱਕ ਈਡੀਅਮ ਹੀ ਹੈਗਾ ਕਿ ਜਿਹੜੀ ਮੁਸ਼ਕਿਲ ਆ ਜਦੋਂ ਆਉਂਦੀ ਉਹ ਘੋੜੇ 'ਤੇ ਆਉਂਦੀ ਹੈ, ਜੋ ਜਾਂਦੀ ਪੈਦਲ ਜਾਂਦੀ ਹੈ। ਸੋ ਇਸ ਕਰਕੇ ਉਹਨੂੰ ਆਉਣ ਤੋਂ ਇੱਕ ਜਿਹੜੀ ਆਈ ਇੱਕਦਮ ਆ ਗਈ, ਪਰ ਜਦੋਂ ਜਾਣਾ ਉਹਨੇ ਹੌਲੀ ਹੌਲੀ ਜਾਣਾ। ਜਦੋਂ ਜਾਣ ਵਾਸਤੇ ਸਾਡੇ ਅੰਦਰ ਪੇਸ਼ੈਂਸ ਚਾਹੀਦਾ ਬਹੁਤ ਸਾਰਾ, ਅਤੇ ਪੇਸ਼ੈਂਸ ਦੇ ਨਾਲ ਨਾਲ ਮੈਂ ਕਹਾਂਗਾ ਭਰੋਸਾ ਚਾਹੀਦਾ ਹੈਗਾ। ਵਾਹਿਗੁਰੂ ਬਖਸ਼ਿਸ਼ ਕਰੇਗਾ, ਨਵਾਜੇਗਾ
इत्थे जो साहब ने बयान किया है ना कि तू सदा सदा उपकारे, तू सदा तो लैके सदा तक उपकार किया, तरस किया है। जो आप एहसास करो अज के हालात तो यहो जिहे ना, मैं 2 रोज़ पहले ही TV ते सीगा एंड पीपल वर आस्किंग मी, भाई साहब हाउ डू यू डिस्क्राइब एक्चुअली ऑल दिस सिचुएशन, कैन यू गिव एनी एग्जाम्पल। मैं क्या एग्जाम्पल तो बड़िया बड़िया वड्डियां ने, मैं छोटी जी एग्जाम्पल दे देना तुहानू। तवारीख तो इंतहा पई है, अजे 7 हफ्ते हुए ने सानू इस लॉकडाउन के अंडर, तो 7 हफ्तियां दे विच सरकारां खड़ियां ने, NGOs खड़े ने, कम्यूनिटी खड़ी है, कितना कुछ खड़ा तुहाडे आले दुआले। तुहानू कोई किसी किस्म दे नाल डरन दी, किसी भुख तो, किसी चीज़ तो कोई दिक्कत नहीं है। 7 हफ्ते हुए ने, आनंदपुर साहब 7 महीने का घेरा पिया सीगा, 7 महीने का। गुरु गोबिंद सिंह साहब अंदर सीगे अपने कुछ सिखां दे नाल, रोज़ जंग हुंदी सी, रोज़ हर रोज़ जंग दे विच जाना जड़ियां ने वो शहादत पाउंदियां सीगियां। हर रोज़ समान मुक रहा सीगा, हर रोज़ लग रहा सीगा असी दुख ते भुख वाल पासे वध रहे हैं, पर हौसला हौसला उसे दा उसे सॉलिड फौलाद। जिदन हौसला हारे वो हमलावर धिर हारी, सौआ खा के आई। मतलब वो बिल्कुल उस लैवल ते आ गए जिथे अपना जमीर भी बेच गए। जेड़े जमीर प्रस्त रहे, धर्म प्रस्त रहे। हकीम अल्लाह यार खां जोगी जिक्र करता है ना कि धोखा दिया हर सिंह को पैमा शिकन्नों ने, बेमेहरों ने बेधर्मों ने ईमान शिकन्नों ने। कहिंदा वो जड़े आटे दियां गवां बना के लैके आए, कुरान मजीद के खरड़े ते अल्लाह के नाम की सौं चुक के आए भी तुसी किला छड्ड दिओ, बस असी हार गए हाँ, हुण साडे तो नहीं लड़ाई हुंदी, हुण असी मुका दईए, तुसी इत्थे किला छड्ड दिओ, असी बाहरों घेरा चुक दिंदे आ, कम निबड़े, विन विन सिचुएशन दे विच असी जिहड़ा हैगा ये चैप्टर क्लोज कर दईए, इस करके आए। तो कहंदे कमाल ये है, ऐसे धोखा दिया हर सिंह को पैमा शिकन्नों ने। पैमा शिकन हुंदे ने दुनिया के किसी मैजरमेंट विच भी जदों इन्हां दियां सौवां नूं लैके आओगे, किवें तस्दीक करोगे, किवें उन्हां नूं सही साबित करोगे। ये तो सब तो वड्डे गुनहगार ने पूरी मानवता दे, पूरे धर्म ख्याल दे ये बात की गई। हार गए ना पूरी तरह, पर जेड़े अंदर भुख नाल, जेड़े अंदर दुख नाल, तकलीफ नाल सारे उन्होंने हौसले बुलंद रहे। क्यों? क्योंकि भरोसा रहा। तो फिर भरोसा भी कैसा आया? भरोसा ऐसा भी है, दर्दी जी की नज़म है, वह बड़ी लम्मी चौड़ी है, पर मैं शब्द दे अर्थ करने वो वाल ना जावां। तो कहता कि जदों गुरु गोबिंद सिंह साहब, क्योंकि उन्होंने जथे बना के सरसा तो पार किया ना, हौली हौली करके आनंदपुर साहब का किला छड्डिया। पहला बच्चे जिहड़ी बड़ी वनरेबल पार्ट ऑफ कम्यूनिटी सीगा वो कढ़िया, महल कढ़े। फिर दूसरे हिस्से दे विच सिख ते कुछ होर जिहड़े सीगे अपने प्यारे उन्होंने भेजिया। लास्ट जथे जिच गुरु गोबिंद सिंह साहब आप रहे नाल अपने साहिबजादे। उस तरीके नाल जदों लास्ट विच कहंदे ने सरसा दरिया दे उत्थे नेड़े पहुंचे ने, तो उधरों हमलावर धिर हो गई सारी। तो जो कवि रूह सीगी उन्हां दा अपना एक तरीका सी गल करन दा। कहंदे कि नीले दे शाह सवार ने जदों अपने नीले दी जिहड़ी है लगाम कुट के फड़दियां होया सरसा दरिया दे विच उहदे एकदम पौड़ उतारे ने। तो कहंदे जिहड़ी आनंदपुर नगरी सी ना, इन्हें एक जोगण का रूप धारण कर लिया, क्योंकि पूरी आनंद ये नाम ही गुरु गोबिंद सिंह साहब ने दवाया सीगा इसनूं। अदरवाइज इसदा नाम तो चक नानकी सीगा, माता नानकी के नाम के उत्ते जिहड़ा चक कटिया गया सीगा, माखोवाल की धरती इहनूं कहंदे सीगे। ये 4 पिंडां दी सरजमीन महाराज ने बिलासपुरीए राणी कोलों मुल लई सीगी। खैर जिहड़ी बेनती करन लगा सीगा, जिवें ही वो कहंदे घोड़े दे पौड़ पानी च उतरे ने, महाराज ने लगाम खिंची है। तो दर्दी जी कहंदे आनंदपुर साहब की नगरी जिहड़ी है जोगण का रूप बिठा के गुरु गोबिंद सिंह साहब के घोड़े की वाग फड़ लैंदी है। तो वाग फड़दियां होए कहंदी है कमाल है, इन्ना प्यार करके, इन्ना खलूस, इन्नी मुहब्बत, इन्ना मैनू स्नेह दे के अरे तुर चलना इथों ना ना एवें तेन ना 2 पल गल भी करांगी तेरे नाल। फिर बात पाउण लग्या कहंदी है, वो कहंदे ने कि बात इत्थों शुरू हुंदी है भी ऐसी कोई निशानी बख्शो देखांगी जद दिल डुलेगा। इन्ना स्नेह कीता ही हुण जान लग्या कोई निशानी ते दे के जाना।
आखिरकार जो किते दिल डोलेगा, तेरी याद आएगी, तेरी निशानी वेख के दिल बहला लांगे। कहते ऐसी कोई निशानी बख्शो देखांगी जद दिल डुलेगा। गुरु गोबिंद सिंह साहब कहते जवाब देंदे, कहते मेरी नहीं निशानी रहनी, तू किहड़ियां गल्लां करदी, मैं तो अपना सरबंस मिटा देना है, लुटा देना है, कुर्बान कर देना है इस खालिस रूप, इस खालिस सोसाइटी तो, खालिस समाज तो, इस खालसा पंथ तो। कह लगे किहड़ियां निशानियां दियां गल्लां करदी है तू, ऐसी कोई निशानी बख्शो देखांगी जद दिल डुलेगा, मेरी नहीं निशानी रहनी, फिर हाँ पंथ दा एक निशान झुलेगा। सच ये है, तुसीं अज भी कदी आनंदपुर साहब जाओ, ओ केसगढ़ साहब के उत्ते झुल रहे चिड़ियां ने केसरी तुजा, कदी आनंदपुर साहब दे विच लगे होली महल्ले दे तुसीं समागमां नूं देखो, विसाखी दे उस रूप नूं देखो, एहसास हुंदा बादशाह ये की है, एक हो पिया। ये नहीं कि 7 महीने घेरे पे रहे तो सब चीज़ां लगा, पहाड़ीए जित गए तो मुगल जित गए, ना ना ना, वक्ती तौर पर मुश्किलां तकलीफां ने, इन्हां दे सामने हौसला ना हारो, जेतू होवोगे एक दिन। इत्थे जो साहब ने बयान किया ना, तुम सदा सदा उपकारे, तू सदा उपकार करने वाला, मैनू पता इस गल का। किसी मुसीबत मुश्किल किसी समय च होवा, मुश्किल कैन बी एक्चुअली फ्रॉम माई ओन साइड, आई माइट नॉट हैव द लाइफ I really should have. I might not have actually family which I wants to have, जिवें जी मैं चाह रहा उस किस्म की होए। मेरे को सोसाइटी उवें दी नहीं जिहो जी सोसाइटी होनी चाहिए है, पर दाता विश्वास आ तू तरस करेगा मेरे ते। ओदी बात की, तुम सदा सदा उपकारे, सो किच ना ही जे मैं ते होवे, मेरे ठाकुर आगा मां पारे। बाकी है मैं तो कुछ भी कर नहीं सकता, सो किच ना ही जे मैं ते होवे। मैं मीन जो तुसी इगोटिस्ट होके सोचते भी आई एम द डूअर, आई विल डू, आई विल जस्ट फॉलो द पाथ ऑफ वाइजर वंस। जो वाइज ने उन्हां दा मैं उन्हां दे फुटप्रिंट्स फॉलो करांगा, फिर हो जाएगा। जिवें ही एक चंगेरे उस्ताद की गल, एक जिहड़ा तालिब है पढ़न वाला है, वो समझन लग जाता है, सुनन लग जाता है, असल दे बन जाता है कुछ। वट एवर मास्टर इज टेलिंग, जस्ट फॉलो इट, लिसन इट, अंडरस्टैंड इट, मैनीफेस्ट इट एंड फॉलो इट, एंड थिंग्स विल हैपन। महाराज ने थे बयान किया, महाराज कहिंदे कि सो किच ना ही जे मैं ते होवे, मेरे ठाकुर आगा मां पारे। क्या सेव कमावो, क्या कह रिझावूं, मेरे को है भी कि जिस सदका मैं तेरी सेवा च लग जावां। मैं हो जा किहड़ा काम कर जिहदे नाल तू रिझ जाए, तेनू लगे मेरे नंबर वध बन गए ने, मैनू ग्रेस देनी चाहिए है। नो, ऑल माइटी आई डोंट हैव एनीथिंग। ये जिहड़ी बात आ, ये है कि बंदा जदों अपने सही तरीके नाल अपने आप नूं मुतालिया करे ना, जिन्हों असीं एवैल्यूएशन करनी कहने हैं, दैन डेफिनेटली वी माइट सी वी आर नॉट स्टैंडिंग एनीवेयर। असीं तो कितने नेड़े तेड़े भी नहीं है किसी चीज़ के। मेरे एक बड़े प्यारे मित्र है पैसीफिक दे विच, ते लोकां कोल एक डॉक्टरीन नहीं होंदी। वैसटर्न वर्ल्ड दे विच 3 डॉक्टरीन कीतियां उन्होंने बड़ी छोटी उम्र च, कमाल की शख्सियत है। ਉਹਦੇ ਉਹਨਾਂ ਬਾਰੇ ਆਮ ਕਰਕੇ ਕਿਹਾ ਜਾਂਦਾ ਹੈ ਵੀ एवरेज person have 1 brain and this individual have at least 5 brain। इस तरह से कहने उन्होंने बड़ा वजद च आके बाणी पढ़न वाला, बड़ा कमाल का, बड़ा बीबा सिख, प्यारा सिख आ। तो वो कई बारी गल होएगी जिवें किसी मतलब एवें सोशल सैटिंग बैठे ने फ्रेंड्स के नाल, फ्रेंड्स भी फिर ਇਹੋ ਜਿਹੇ, ਤੁਹਾਨੂੰ पता ਇਹੋ ਜਿਹੇ फिर लोगों का एक अपना ग्रुप भी होंदा हैगा, मोस्टली प्रोफैशनल लोग ने। तो वो कई बारी गलबात होएगी तो कई बारी कहने कोई ना बाबे ने चाहे तो हो जाएगा। तो एक दोस्त हैगा तो थोड़ा वो कहता व्हाट आर यू टॉकिंग अबाउट, यू ऑलवेज से बाबे ने चाहा हो जाएगा। व्हाट डू यू वांट टू शो अस, यू वांट टू शो अस दैट यू आर वेरी modest, you are very actually humble, that's why you are saying that। वो कहते no, if I'm actually if it seems like this, I'm sorry for it, I don't want to show you guys that you guys are very, you can say egotist or
kind of bad people in front of me. No, 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 that's not my intention. Then why are you saying it? वो कहते भी reality है, because I know myself, I'm nothing. कई बार मैं तो कहते कोई बुक वगैरह फटदा ਹੁੰਦਾ ਸੀਗਾ ਤੇ ਮੈਂ ਬੁੱਕ ਦਾ ਸਾਈਜ਼ ਵੇਂਦਾ ਸੀ ਤੇ ਮੈਂ ਕਹਿੰਦਾ ਸੀਗਾ ਵੀ ਏਡੀ ਕਿਤਾਬ ਮੈਂ ਪੜ੍ਹ ਲਵਾਂਗਾ। ਨੋ ਨੋ ਨੋ, ਕਈ ਵਾਰੀ ਵੇਖ ਕੇ ਡਰ ਲੱਗਣਾ ਤੇ ਹੋ ਕਰਦਿਆਂ ਮੈਨੂੰ ਐਸੀ ਕੁਝ ਤਰਸ ਕੀਤਾ ਉਸ ਆਲਮਾਈਟੀ ਨੇ, ਉਸ ਪਰਿਪੂਰਨ ਨੇ, ਜਿਹੜਾ ਮੇਰੇ ਤੋਂ ਮਿਹਨਤ ਕਰਵਾ ਲਈ, ਹਾਰਡ ਵਰਕ ਕਰਵਾਇਆ ਮੇਰੇ ਤੋਂ, ਮੈਨੂੰ ਉਸ ਪਾਸੇ ਪ੍ਰੇਰਿਆ, ਲਗਾਇਆ, ਅੱਜ ਇਸ ਲੈਵਲ ਤੇ ਆਇਆ। ਸੋ ਜਿਹਨੂੰ ਇਸ ਅਹਿਸਾਸ ਵਿੱਚ ਲੈ ਆਵੇ, ਸਭ ਜ਼ਿਕਰ ਕਰਦੇ ਮੇਰੇ ਕੋਲ ਐਸਾ ਕੁਝ ਨਹੀਂ ਹੈਗਾ ਜਿਹੜਾ ਮੈਂ ਇਸ ਕਿਸਮ ਨਾਲ ਕਰ ਸਕਾਂ। ਕਿਆ ਸੇਵ ਕਮਾਵਾਂ, ਕਿਆ ਕਹਿ ਰਜਾਊਂ, ਬਿਦ ਕਿਤ ਪਾਊਂ ਦਰਸਾਰੇ। ਕੋਈ ਦਰਸ਼ਨ ਤੇ ਕਰਨਾ ਹੈ ਨਾ ਮੈਂ, ਪਰ ਬਿਦ ਕਿਤ, ਬਿਦ ਮੀਨ ਮੈਥਡ। I don't know any kind of methodology which can help me to make association with the Almighty Akal Purkh Vaheguru. I'm not capable that much. So please grace me, bless me. Even I don't have any quality, I don't have any virtues, but still I'm asking you, please bless me. ਹੁਣ ਆਹ ਜਿਹੜੀ ਬਾਤ ਮਹਾਰਾਜ ਨੇ ਬਿਆਨ ਕੀਤੀ ਹੈ ਕਿ ਮੇਰੇ ਕੋਲ ਕੋਈ ਬਿਦ ਵੀ ਨਹੀਂ ਹੈ ਉਸ ਰੂਪ ਦੇ ਵਿੱਚ। ਮਿਤ ਨਾ ਹੀ ਪਾਈ ਹੈ, ਅੰਤ ਨਾ ਲਈ ਹੈ। ਮਿਤ ਮਪਾਇਸ਼, ਮੈਜਰਮੈਂਟ, ਕੋਈ ਮੈਜਰਮੈਂਟ ਨਹੀਂ, ਕੋਈ ਮਪਾਇਸ਼ ਨਹੀਂ। ਅਕਸਰ ਲੋਕੀ ਕਹਿੰਦੇ ਆ 40 ਦਿਨ ਪਾਠ ਕਰ ਲੈ, ਆ ਹੋ ਜਾਏਗਾ, ਇਸ ਤਰ੍ਹਾਂ ਕਰ ਲੈ। ਨਾ ਨਾ, ਐਸਾ ਕੁਛ ਨਹੀਂ ਹੈਗਾ। ਮਿਤ ਨਹੀਂ ਪਾਈ ਹੈ। ਤਰੁੱਠਣ ਤੇ ਆਵੇ ਤੇ ਇੱਕ ਜਾਗਣ ਦੇ ਨਾ ਲਹਨ। ਉਹ ਜਾਗਣ ਵਾਲੇ ਬੈਠੇ ਰਹਿੰਦੇ ਨੇ, ਸੁੱਤਿਆਂ ਨੂੰ ਉਠਾ ਕੇ ਕਹਿੰਦਾ ਉੱਠੋ ਭਾਈ, ਤੁਹਾਨੂੰ ਦੇਣਾ ਆ ਚੀਜ਼। ਇਹ ਉਹਦਾ ਆਪਣਾ ਨਜ਼ਰੀਆ ਦੇਣ ਦਾ। ਸਭ ਨੇ ਜ਼ਿਕਰ ਕੀਤਾ ਮਿਤ ਨਹੀਂ ਪਾਈ ਹੈ, ਅੰਤ ਨਾ ਲਈ ਹੈ। ਉਹਦਾ ਅੰਤ ਵੀ ਕੋਈ ਨਹੀਂ। ਹੋ ਸਕਦਾ ਕਿਸ ਰੂਪ ਦੇ ਚ ਨਵਾਜੇ। ਮਨ ਤਰਸੈ ਚਰਨਾਰੇ, ਮਨ ਤਰਸਦਾ ਉਹਦੇ ਚਰਨਾਂ ਦੀ ਖਾਕ ਹੋ ਜਾਣ ਵਾਸਤੇ। ਬੜੀ ਹਲੀਮੀ ਦੇ ਨਾਲ ਉਸ ਮਾਲਕ ਨਾਲ ਸਾਂਝ ਪਾਉਣ ਵਾਸਤੇ। ਪਾਵੋਂ ਦਾਨ ਢੀਠ ਹੋਏ ਮੰਗੋ, ਮੁਖ ਲਾਗੈ ਸੰਤਰੇ ਨਾਰੇ। ਇਹ ਦਾਤਾ ਤੂੰ ਪਾ ਦੇ ਦਾਨ, ਤੇ ਇਹ ਦਾਨ ਜੇ ਤੂੰ ਨਹੀਂ ਵੀ ਦੇਂਗਾ ਤੇ ਮੈਂ ਢੀਠ ਹੋ ਗਿਆ ਵਾਂ। I'm not leaving your door at all. No. I will stay. I will ask until you bless me. ਢੀਠ ਹੋ ਜਾਣਾ ਇਹ ਹੁੰਦਾ ਹੈਗਾ ਜਦੋਂ ਬੰਦਾ ਬਿਲਕੁਲ ਇਸ ਤਰੀਕੇ ਨਾਲ ਆ ਜਾਏ ਕਿ no, ਮੈਂ ਤਾਂ I will nag until you bless me. ਜਦੋਂ ਤੱਕ ਤੂੰ ਮੈਨੂੰ ਤਰਸ ਨਹੀਂ ਨਾ ਕਰਦਾ, ਨਵਾਜਦਾ ਨਹੀਂਗਾ, ਮੈਂ ਹਟਾਂਗਾ ਨਹੀਂ। ਸੋ ਪਾਉਂ ਦਾਨ ਢੀਠ ਹੋਏ ਮੰਗੋ, ਮੁਖ ਲਾਗੈ ਸੰਤਰੇ ਨਾਰੇ। ਤੇ ਤਰਸੇ ਕਰ ਸਤਸੰਗੀ ਜਨਾਂ ਦੀ, ਚੰਗੇਰਿਆਂ ਦੀ ਪੈਰਾਂ ਦੀ ਧੂੜ ਮੇਰੇ ਮੱਥੇ ਤੇ ਲੱਗ ਜਾਏ। ਇਹਦੀ ਬਾਤ ਹੋ ਰਹੀ ਹੈ। ਜਨ ਨਾਨਕ ਕੋ ਗੁਰ ਕਿਰਪਾ ਤਾਰੀ, ਪ੍ਰਭਾਤ ਦੇ ਨਿਸਤਾਰੇ। ਜਨ ਨਾਨਕ, ਇਹ ਦਾਸ ਨਾਨਕ ਇਹ ਗੱਲ ਕਹਿ, ਗੁਰੂ ਕਿਰਪਾ ਦੇ ਘਰ ਵਿੱਚ ਆਵੇ, ਪ੍ਰਭਾਤ ਦੇ ਨਿਸਤਾਰੇ। ਨਿਸਤਾਰੇ ਮੀਨ ਸੈਲਵੇਸ਼ਨ, ਕਲਿਆਣ। ਮੇਰੀ ਰੀਅਲ ਸੈਲਵੇਸ਼ਨ ਜਿਹੜੀ ਹੈਗੀ ਹੈ, ਇਹ ਤੂੰ ਹੀ ਹਾਥ ਦੇ ਕੇ, ਭਾਵ ਹੋ ਸਕਦਾ ਆ ਗੇਟਵੇ ਆਫ ਸੈਲਵੇਸ਼ਨ is in front of me, but Almighty, don't actually rely on me. Don't just ਮੈਨੂੰ ਮੇਰੇ ਆਪਣੇ ਤਰਸ ਤੇ ਨਾ ਛੱਡੀ। ਨਾ। ਹੋ ਸਕਦਾ ਮੈਂ ਸਾਹਮਣੇ ਦਰਵਾਜ਼ਾ ਹੋਏ ਉਹਦੇ ਚੋਂ ਵੀ ਨਾ ਲੰਘ ਸਕਾਂ, ਤੇ ਕੰਮ ਕਰੀ ਮੇਰਾ ਹੱਥ ਫੜ ਕੇ ਮੈਨੂੰ ਆਪ ਉਸ ਡੋਰ ਚੋਂ ਪਾਰ ਲੰਘਾ ਦੇ। ਹੱਥ ਦੇ, ਮੈਨੂੰ ਹੱਥ ਦੇ ਕੇ ਨਿਸਤਾਰ, ਉਸ ਰੂਪ ਵਿੱਚ ਕਲਿਆਣ ਕਰ। ਸਭ ਰਹਿਮਤ ਕਰ। ਇਹਨਾਂ ਆਲਮੀ ਵਾਕਿਆ ਚੋਂ ਸਾਨੂੰ ਚੰਗੇਰੀ ਪ੍ਰੇਰਣਾ ਮਿਲੇ। ਜਿਵੇਂ ਇਸ ਵਰੇ ਦਾ ਜੋ ਨਗਰ ਕੀਰਤਨ ਆਏ ਵਰੇ ਇਸ ਵਕਤੇ ਹੁੰਦਾ ਸੀਗਾ, ਵੱਡੇ ਸਮਾਗਮ ਹੁੰਦੇ ਸੀ, ਉਰਸ ਹੁੰਦੇ ਸੀਗੇ, ਅਣਗਿਣਤ ਸੰਗਤਾਂ ਉਸ ਸਾਰੇ ਮੰਜ਼ਰ ਦੇ ਵਿੱਚ ਖਾਲਸਾਈ ਰੰਗ ਦੇ ਜ਼ਾਹੋ ਜਲਾਲ ਨੂੰ ਮਾਣਦੀਆਂ ਸੀ, ਭਰਦੀਆਂ ਸੀਗੀਆਂ। ਕੋਵਿਡ-19 ਦੇ ਉਸ ਸਾਰੇ ਦੌਰ ਵਿੱਚੋਂ ਸਭ ਜਿਵੇਂ ਵੱਡੇ ਸਮਾਗਮ ਕੈਂਸਲ ਹੋਏ ਨੇ, ਉਹ ਵੀ ਸਮਾਗਮ ਜਿਹੜਾ ਹੈਗਾ ਇਸ ਵਰੇ ਦਾ ਨਹੀਂ ਹੋਇਆ। ਪਰ ਮਾਲਕ ਦੇ ਚਰਨਾਂ 'ਚ ਅਰਦਾਸ ਹੈ ਕਿ ਆਉਂਦੇ ਵਰੇ ਅਸੀਂ ਉਹਨਾਂ ਰੌਣਕਾਂ ਨੂੰ ਮਾਣੀਏ। ਅਤੇ ਜਿਵੇਂ ਸਮਾਜ ਸੰਸਾਰ ਅੱਗੇ ਵੱਧ ਰਿਹਾ, ਮਾਲਕਾ ਸਭ ਨੂੰ ਸ਼ਫਾ ਬਖਸ਼ੀ, ਤੌਫੀਕੀਅਤ ਬਖਸ਼ੀ। ਅਤੇ ਐਕਚੁਅਲ ਲੈਵਲ 'ਤੇ ਵਿਸਾਖੀ ਭਾਵੇਂ 13 ਤਾਰੀਖ ਖਾਲਸਾ ਸਾਜਨਾ ਦਿਵਸ ਹੁੰਦਾ ਹੈ, ਪਰ ਜਿਵੇਂ ਅਸੀਂ ਮਨਾਉਂਦੇ ਹਾਂ ਉਹ ਅੱਜ ਦਾ ਮੇਨ ਵੱਡਾ ਦਿਨ ਹੁੰਦਾ ਆ। ਅੱਜ ਦੇ ਦਿਨ ਵਾਸਤੇ ਖਾਲਸਾ ਸਾਜਨਾ ਦਿਵਸ 'ਤੇ ਅਸੀਂ ਮੁਬਾਰਕਬਾਦ ਵੀ ਸਾਂਝੀ ਕਰਦੇ ਹਾਂ। ਨਾਲ ਦੀ ਨਾਲ ਮਾਲਕ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ, ਮਾਲਕਾ ਤਰਸ ਕਰੇ ਜੋ ਤੇਰਾ ਆਪਣਾ ਹੀ ਅਸੀਂ ਪੰਥ ਸਾਜਿਆ ਹੋਇਆ, ਅਤੇ ਜਿਹਦੇ ਬਾਬਤ ਅਸੀਂ ਕਹਿੰਦੇ ਹਾਂ ਵੀ ਲਾਗ ਤੇ ਦੀਵਾਨ ਰਹੇ, ਗਾਵ ਤੇ ਸੁਜਾਨ ਰਹੇ, ਝੂਲ ਤੇ ਨਿਸ਼ਾਨ ਰਹੇ, ਪੰਥ ਪਾਤਸ਼ਾਹ ਕੇ। ਇਹ ਪੰਥ ਦੀ ਪਾਤਸ਼ਾਹਤ ਜਿਹੜੀ ਹੈ ਇਹ ਕਾਇਮ ਰਹੇ, ਇਹ ਪਾਤਸ਼ਾਹੀਆਂ ਦੇ ਨਿਸ਼ਾਨ ਝੁਲਦੇ ਰਹਿਣ, ਅਤੇ ਸਮੁੱਚੀ ਮਾਨਵਤਾ ਆਪਣੇ ਇਸ
ਜੀਵਨ ਦੇ ਹਰਿਆਵਲ ਨੂੰ ਮਾਣਦੀ ਰਹੇ, ਇਹ ਤਰਸ ਕਰਕੇ ਰੱਖੀ। ਇੱਥੇ ਹੀ ਸਮਾਪਤੀ। ਅਗਲਾ ਪ੍ਰੋਗਰਾਮ ਢਾਡੀ ਵੀਰ ਸਰਵਨ ਕਰਵਾਉਣਗੇ। ਮੈਂ ਇਜਾਜ਼ਤ ਚਾਹਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।